ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਕਦੋਂ ਟੁੱਟੇਗਾ ਡੈਡਲੌਕ ਦਾ ਜਮੂਤ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਇੱਕ ਪਾਸੇ ਪੰਜਾਬ ਦੇ ਵਿੱਚ ਠੰਡ ਵੱਧਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਨੇ ਦਿੱਲੀ ਬਾਰਡਰ ਤੇ ਜਿਹੜਾ ਪਾਰਾ ਚੜਾਇਆ ਹੋਇਆ। ਇਸੀ ਕਿਸਾਨੀ ਸੰਘਰਸ਼ ਦੌਰਾਨ ਬੀਤੇ ਦਿਨ ਇੱਕ ਕਿਸਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਜਿਹੜੀ ਹੈ ਖੁਦਕੁਸ਼ੀ ਵੀ ਕਰ ਲਈ ਹੈ, ਪਰ ਕੇਂਦਰ ਸਰਕਾਰ ਹਲੇ ਤੱਕ ਆਪਣਾ ਅੜੀਅਲ ਰਵੱਈਆ ਛੱਡਣ ਲਈ ਤਿਆਰ ਨਹੀਂ ਹੈ। ਇਸ ਸਾਰੀ ਘਟਨਾ ਨੂੰ ਕਿਵੇਂ ਦੇਖਿਆ ਜਾ ਰਿਹਾ? ਅਸਲ ਦੇ ਵਿੱਚ ਠੰਡ ਬਹੁਤ ਹੈ, ਇਹ ਤਾਂ ਸਭ ਨੂੰ ਪਤਾ ਹੀ ਹੈ। ਤੇ ਉੱਥੇ ਲਗਭਗ 20 ਦੇ ਨੇੜੇ ਤੇੜੇ ਕਿਸਾਨ ਕੁਛ ਤਾਂ ਵੈਸੇ ਮਰ ਗਏ, ਹਾਰਟ ਅਟੈਕ ਦਾ ਵੀ ਹੋਇਆ ਤੇ ਕੁਝ ਐਕਸੀਡੈਂਟਾਂ ਦੇ ਵਿੱਚ ਵੀ ਮਰੇ ਨੇ, ਕਿਉਂਕਿ ਧਰਨੇ 'ਚ ਐਸੇ 20 21 22 ਦਿਨਾਂ ਦੇ ਧਰਨਿਆਂ ਦੇ ਦੌਰਾਨ ਹੀ ਉਹ ਮੌਤਾਂ ਹੋ ਹੀ ਰਹੀਆਂ ਨੇ। ਔਰ ਉਹ ਮੌਤਾਂ ਦਾ ਨਾਲ ਦੀ ਨਾਲ ਕੱਲ੍ਹ ਜਿਹੜਾ ਮਾਮਲਾ ਹੋਇਆ, ਉਹ ਸੰਤ ਰਾਮ ਸਿੰਘ ਜਿਹੜੇ ਨੇ ਨਾਨਕਸਰ ਵਾਲੇ, ਉਹਨਾਂ ਦੀ ਜਿਹੜੇ ਖੁਦਕੁਸ਼ੀ ਦਾ ਸਵਾਲ ਹੈ, ਜਿਹੜਾ ਖੁਦਕੁਸ਼ੀ ਦਾ ਨੋਟ ਹੈ ਕਿ ਮੈਂ ਇਹ ਸਹਾਰ ਨਹੀਂ ਸਕਿਆ, ਕਿਉਂਕਿ ਜਿਹੜੇ ਪਹਿਲਾਂ ਉੱਥੇ ਜਾਂਦੇ ਸੀ ਰੋਜ਼ਾਨਾ, ਲੰਗਰ ਵੀ ਲਾਇਆ ਹੋਇਆ ਸੀ, ਆਪਣੀ ਗੱਲ ਵੀ ਕਹਿ ਰਹੇ ਨੇ ਉਹ ਇੱਕ ਦਿਨ ਪਹਿਲਾਂ ਦੀ ਉਹਦੇ ਨਾਲ ਹੀ ਜੁੜੀ ਹੋਈ ਕਿ ਸਰਕਾਰ ਨੂੰ ਅਪੀਲ ਵੀ ਕਰ ਰਹੇ ਨੇ ਕਿ ਇੰਨੀ ਠੰਡ ਹੈ ਤੇ ਤੁਸੀਂ ਮੰਨ ਲਓ। ਤੇ ਜਿਹੜਾ ਉਹਦੇ 'ਚ ਲਿਖਿਆ ਗਿਆ ਇਹ ਚਿੱਠੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾ, ਇਹ ਜੇ ਆਪਾਂ ਦੇਖੀਏ ਤਾਂ ਲਗਭਗ 4 ਸਾਲ ਪਹਿਲਾਂ ਜਿਹੜੀ ਰੋਹਿਤ ਵੈਮੂਲਾ ਦੀ ਇੱਕ ਚਿੱਠੀ ਸੀ, ਹੈਦਰਾਬਾਦ ਯੂਨੀਵਰਸਿਟੀ ਦਾ ਜਿਹੜਾ ਇੱਕ ਵਿਦਿਆਰਥੀ ਸੀ PhD ਦਾ, ਜਿਹੜਾ ਚਾਹੁੰਦਾ ਸੀ ਕਿ ਮੈਂ ਵਿਗਿਆਨ ਦਾ ਲੇਖਕ ਬਣਨਾ ਹੈ ਤੇ ਉਹਦਾ ਸਕਾਲਰਸ਼ਿਪ ਵੀ ਰੋਕ ਦਿੱਤਾ ਗਿਆ ਸੀ। ਉਹਦਾ ਕਸੂਰ ਇਹ ਸੀ ਕਿ ਉਹਨੇ ਡਾਕਟਰ ਅੰਬੇਦਕਰ ਦੇ ਨਾਂ ਤੇ ਇੱਕ ਜਥੇਬੰਦੀ ਬਣਾ ਕੇ ਆਪਣੇ ਹੱਕਾਂ ਲਈ ਲੜਾਈ ਲੜਨ ਦੀ ਗੱਲ ਕੀਤੀ ਸੀ। ਤਾਂ ਉਸ ਤੋਂ ਬਾਅਦ ਉਹਨੇ ਜੋ ਚਿੱਠੀ ਲਿਖੀ ਸੀ, ਹਾਲਾਂਕਿ ਖੁਦਕੁਸ਼ੀ ਨੂੰ ਸਾਡੇ ਜਿਹੜੇ ਵਿਰਸੇ ਦੇ ਵਿੱਚ, ਸਾਡੀ ਵਿਰਾਸਤ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ। ਖੁਦਕੁਸ਼ੀ ਕੋਈ ਮਤਲਬ ਇਹੋ ਜਿਹੀ ਚੀਜ਼ ਨਹੀਂ ਜਿਹਨੂੰ ਗਲੋਰੀਫਾਈ ਕੀਤਾ ਜਾ ਸਕੇ, ਖੁਦਕੁਸ਼ੀ ਨੂੰ ਮਾੜਾ ਸਮਝਿਆ ਜਾਂਦਾ। ਪਰ ਕੁਝ ਖੁਦਕੁਸ਼ੀਆਂ ਵੀ ਬਲਿਦਾਨ ਦਾ ਜਾਂ ਉਹ ਰੂਪ ਬਣ ਜਾਂਦੀਆਂ ਨੇ ਜਿਹੜੀਆਂ ਉਤਸ਼ਾਹਿਤ ਕਰਦੀਆਂ ਨੇ ਲੋਕਾਂ ਨੂੰ ਲੜਨ ਦੇ ਲਈ। ਰੋਹਿਤ ਵੈਮੂਲਾ ਦੀ ਚਿੱਠੀ ਦੇ ਵਿੱਚ ਵੀ ਖੁਦਕੁਸ਼ੀ ਦੇ ਵਿੱਚ ਇਹ ਲਿਖਿਆ ਸੀ ਕਿ ਇਸ ਦੇਸ਼ ਦੇ ਵਿੱਚ ਬੰਦੇ ਦੀ ਪਛਾਣ ਕੇਵਲ ਵੋਟ ਤੱਕ ਸੁੰਗੜ ਗਈ ਹੈ ਤੇ ਇਦੋਂ ਅੱਗੇ ਨਾਗਰਿਕ ਦੀ ਪਛਾਣ ਜਿਹੜੀ ਹੈ ਉਹ ਨਹੀਂ ਹੋ ਰਹੀ। ਮੈਂ ਕੇਵਲ ਵੋਟ ਵਾਲੀ ਪਛਾਣ ਰੱਖ ਕੇ ਜਿੰਦਾ ਨਹੀਂ ਰਹਿ ਸਕਦਾ। ਮੇਰੀਆਂ ਇੱਛਾਵਾਂ ਸੀਗੀਆਂ, ਮੈਨੂੰ ਮਾਫ ਕਰੋ, ਮੈਂ ਵਿਗਿਆਨ ਦਾ ਲੇਖਕ ਬਣਨਾ ਚਾਹੁੰਦਾ ਸੀ। ਉਸੇ ਤਰੀਕੇ ਦੇ ਨਾਲ ਜੇਕਰ ਇਹ ਚਿੱਠੀ ਦੀ ਗੱਲ ਕਰਦੇ ਹਾਂ, ਹਾਲਾਂਕਿ ਇਹਦੇ ਤੇ ਕੁਝ ਇਹੋ ਜਿਹੇ ਵਿਵਾਦ ਵੀ ਨੇ ਕਿ ਉਹਨਾਂ ਦੀ ਇਹ ਚਿੱਠੀ ਹੈ ਨਹੀਂ ਹੈ, ਅਲੱਗ ਗੱਲ ਹੈ, ਪਰ ਜਿਹੜੀ ਭਾਵਨਾ ਇਸ ਚਿੱਠੀ ਦੇ ਵਿੱਚ ਵੀ ਇਹ ਹੈ ਕਿ ਸਾਨੂੰ ਸਿਖਾਇਆ ਗਿਆ ਕਿ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ। ਮੇਰੇ ਤੋਂ ਕਿਸਾਨਾਂ ਦਾ ਦਰਦ ਜਿਹੜਾ ਸਹਿਆ ਨਹੀਂ ਜਾ ਰਿਹਾ ਤੇ ਇਸ ਕਰਕੇ ਮੈਂ ਆਪਣੇ ਆਪ ਨੂੰ ਦਾ ਜਿਹੜਾ ਬਲਿਦਾਨ ਦੇ ਰਿਹਾ। ਤੇ ਇਹਨੂੰ ਵੀ ਉਸੇ ਰੂਪ ਦੇ ਵਿੱਚ ਲਿਆ ਜਾ ਰਿਹਾ ਕਿ ਐਡੀ ਵੱਡੇ ਮਤਲਬ ਕੁਰਬਾਨੀ ਦੇ ਐਂਗਲ ਤੋਂ ਲਿਆ ਜਾ ਰਿਹਾ ਕਿ ਜਿਹੜੀਆਂ ਇਹ ਖੁਦਕੁਸ਼ੀਆਂ ਹੋਈਆਂ ਜਾਂ ਜਿਹੜੀਆਂ ਮਤਲਬ ਉੱਥੇ ਆਪ ਕਿਸੇ ਨਾ ਕਿਸੇ ਕਾਰਨ ਕਰਕੇ ਬੰਦਿਆਂ ਦੀਆਂ ਮੌਤਾਂ ਹੋ ਰਹੀਆਂ ਨੇ। ਕਈ ਮੌਤਾਂ ਚਲੋ ਆਮ ਸਧਾਰਨ ਵੀ ਹੋ ਜਾਂਦੀਆਂ ਨੇ, ਪਰ ਇੰਨੀ ਠੰਡ ਦੇ ਵਿੱਚ ਜਾ ਕੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਇਹਦੇ ਪਿੱਛੇ ਇਹ ਸਵਾਲ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਹੈ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਹੈ। ਜੀ ਬਿਲਕੁਲ, ਬਿਨਾਂ ਬਿਨਾਂ ਸ਼ੱਕ ਇਹਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਆਉਂਦੀ ਹੈ, ਕਿਉਂਕਿ ਇਹ ਜਿਹੜੀਆਂ ਮੌਤਾਂ ਹੁੰਦੀਆਂ ਨੇ, ਸਿਸਟਮ ਮੌਤਾਂ ਦੇ ਲਈ ਆਧਾਰ ਤਿਆਰ ਕਰਦਾ, ਇੱਕ ਮਾਹੌਲ ਤਿਆਰ ਕਰਦਾ। ਔਰ ਇਹ ਹੁਣ ਇੰਨੀ ਠੰਡ ਦੇ ਵਿੱਚ ਉੱਥੇ ਇੰਨੇ ਦਿਨਾਂ ਤੋਂ ਬੈਠੇ ਨੇ, ਤੁਸੀਂ ਲਮਕਾ ਰਹੇ ਹੋ ਚੀਜ਼ਾਂ ਨੂੰ, ਤੁਸੀਂ ਗੱਲ ਨਹੀਂ ਸੁਣ ਰਹੇ। ਜੇ ਤੋਂ ਪਹਿਲਾਂ ਹੀ ਸੁਣਦੇ ਹੁੰਦੇ, ਜੇ ਕਾਨੂੰਨੀ ਜਿਹੜਾ ਆਰਡੀਨੈਂਸ ਆਇਆ ਉਹ ਕਰੋਨਾ 'ਚ ਕਿਉਂ ਆਇਆ, ਫਿਰ ਤੁਸੀਂ ਉਹਨਾਂ ਨਾਲ ਡਿਸਕਸ ਕਿਉਂ ਨਹੀਂ ਕੀਤਾ, ਜਿਹੜਾ ਜਮਹੂਰੀ ਤਰੀਕਾਕਾਰ ਵੀ ਕਿਉਂ ਨਹੀਂ ਅਪਣਾਇਆ। ਜੇ ਸਾਰੀਆਂ ਚੀਜ਼ਾਂ ਲੈ ਦੇ ਕੇ ਚੱਲਦੇ ਹੋ ਤਾਂ ਤੁਹਾਡੀ ਕੇਵਲ ਉਸ ਕਿਸਮ ਦੀ ਜਿਹੜੀ ਹੰਕਾਰੀ ਪਹੁੰਚ ਦੇ ਕਰਕੇ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ। ਕਿਉਂਕਿ ਪਰ ਸਾਡੇ ਸਮਾਜ ਦੇ ਵਿੱਚ ਕੋਈ ਜਵਾਬਦੇਹੀ ਪੁੱਛਦਾ ਨਹੀਂ ਹੈ ਕਿ ਇਹ ਮੌਤਾਂ ਲਈ ਤੁਸੀਂ ਜ਼ਿੰਮੇਵਾਰ ਕਿਉਂ ਨਹੀਂ ਹੋ। ਘੱਟੋ ਘੱਟ ਕੋਈ ਕਮੇਟੀ ਕਮਿਸ਼ਨ ਬਣਦੀ ਹੈ ਤੇ ਜਿਹੜੀ ਕਹਿੰਦੀ ਹੈ ਕਿ ਹਾਂ ਇਹ ਕੌਣ ਬੰਦੇ ਨੇ ਜਿਹੜੇ ਜ਼ਿੰਮੇਵਾਰ ਨੇ। ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, ਜਾਨਾਂ ਜਾ ਰਹੀਆਂ ਨੇ, ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ ਇਹ ਵੀ ਦੇਖਣ ਦਾ ਸਵਾਲ ਹੁੰਦਾ ਹੈ। ਪਰ ਇਹ ਬਹੁਤ ਦਰਦਨਾਕ ਹੈ ਔਰ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਪ੍ਰੇਰਿਤ ਵੀ ਕਰ ਰਹੀਆਂ ਨੇ। ਔਰ ਜਿਹੜੀਆਂ ਇਹ ਮੌਤਾਂ ਹੋਈਆਂ ਨੇ, ਇਹਦੇ ਤੋਂ ਜਿਹੜੇ ਸੰਘਰਸ਼ੀ ਬੰਦੇ ਨੇ ਤੇ ਜਿਹੜੇ ਅੰਦੋਲਨ 'ਚ ਬੈਠੇ ਨੇ, ਉਹ ਉਤਸ਼ਾਹਿਤ ਹੋ ਕੇ ਇਹ ਕਹਿੰਦੇ ਨੇ ਕਿ ਕੁਰਬਾਨੀਆਂ ਨੂੰ ਅਜਾਈ ਨਹੀਂ ਜਾਣ ਦਿਆਂਗੇ, ਆਪਾਂ ਇਹ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣਾ ਹੈ। ਇਸ ਲਈ ਹੈ, ਪਰ ਨਾਲ ਦੀ ਨਾਲ ਇਹ ਜ਼ਰੂਰ ਹੈ ਕਿ ਸਾਡਾ ਵਿਰਸਾ ਜਿਹੜਾ ਹੈ ਉਹਦੇ 'ਚ ਜਿਹੜਾ ਇੱਕ ਆਪਾਂ ਕਹਿੰਦੇ ਨਾ ਪੀੜਤ ਨੂੰਮਾਂ ਕੋਈ ਗੱਲ ਨਹੀਂ ਹੈ, ਵਿਕਟਮਹੁੱਡ ਨਹੀਂ ਹੈ, ਜਿਹਨੂੰ ਕਹਿੰਦੇ ਨੇ ਵੀ ਅਸੀਂ ਜੀ ਇਸ ਤਰੀਕੇ ਦੇ ਨਾਲ ਕਰਾਂਗੇ ਜਾਂ ਕੋਈ ਮਰਨ ਵਰਤ ਰੱਖ ਲਿਆ ਜਾਂ ਕੋਈ ਇਸ ਲੈਵਲ ਦੀਆਂ ਗੱਲਾਂ ਕਰ ਲਈਆਂ। ਉਹ ਲੜਕੇ ਮਰਨ 'ਚ ਜ਼ਿਆਦਾ ਯਕੀਨ ਰੱਖਦਾ ਹੈ। ਉਹ ਇਹ ਕਹਿੰਦਾ ਕਿ ਆਪਣੇ ਸਬਰ ਦੇ ਨਾਲ ਕੋਈ ਵੀ ਤੁਹਾਨੂੰ ਮਾਰ ਦੇ। ਇੱਥੇ ਆਰੇ ਵੀ ਚੱਲੇ ਨੇ ਸਿਰਾਂ ਦੇ ਉੱਤੇ, ਤੇ ਇੱਥੇ ਮਤੀ ਦਾਸ ਸਤੀ ਦਾਸ ਵੀ ਗੁਰੂ ਜਦੋਂ
ਗੁਰੂ ਤੇਗ ਬਹਾਦਰ ਸਾਹਿਬ ਵੀ ਗਏ ਨੇ ਸੀਸ ਦੇਣ ਦੇ ਲਈ। ਇਹ ਹੋਰ ਤਰ੍ਹਾਂ ਦੀ ਇੱਕ ਪ੍ਰਥਾ ਚੋਂ ਆਇਆ ਹੋਇਆ, ਇੱਕ ਰਵਾਇਤ ਚੋਂ ਆਇਆ ਹੋਇਆ ਚੀਜ਼ ਹੈ, ਔਰ ਮੇਰਾ ਖਿਆਲ ਹੈ ਉਸ ਪਾਸੇ ਨਹੀਂ ਜਾਣ ਦੀ ਲੋੜ ਹੁੰਦੀ। ਪਰ ਫਿਰ ਵੀ ਜਿਹੜਾ ਮਾਹੌਲ ਹੈ ਤੇ ਉਹ ਮਾਹੌਲ ਦੇ ਜ਼ਿੰਮੇਵਾਰ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰ ਪਊਗਾ। ਜੀ ਜੀ ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਹੈ ਇਹ ਪੰਜਾਬ ਦੇ ਪਿੰਡਾਂ ਸ਼ਹਿਰਾਂ ਤੋਂ ਨਿਕਲ ਕੇ ਦਿੱਲੀ ਦੇ ਬਰੂਹਾਂ ਤੱਕ ਪਹੁੰਚ ਚੁੱਕਿਆ, ਪਰ ਹਲੇ ਵੀ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਕੋਈ ਹੱਲ ਨਹੀਂ ਕੱਢ ਸਕੀ ਤਾਂ ਸੁਪਰੀਮ ਕੋਰਟ ਵੱਲੋਂ ਵੀ ਜਿਹੜੇ ਇਸ ਬਾਰੇ ਇੱਕ ਸੁਝਾਅ ਦਿੱਤੇ ਗਏ ਨੇ, ਉਹ ਸੁਝਾਅ ਕੀ ਨੇ? ਸੁਪਰੀਮ ਕੋਰਟ 2 ਦਿਨ ਦੀ ਸੁਣਵਾਈ ਹੋ ਚੁੱਕੀ ਹੈ। ਹੁਣ ਮੇਰੇ ਖਿਆਲ ਛੁੱਟੀਆਂ ਹੋ ਜਾਣਗੀਆਂ, ਵਕੇਸ਼ਨ ਬੈਂਚ ਕੋਲ ਚਲਾ ਜਾਊਗਾ ਇਹ ਮੁਕੱਦਮਾ। ਕੁਝ ਗੱਲਾਂ ਆਈਆਂ ਨੇ, ਕੇਂਦਰ ਸਰਕਾਰ ਦਾ ਜਿਹੜਾ ਸਵਾਲ ਹੈ ਉਹ ਬਾਰ-ਬਾਰ ਧਰਨਾ ਉਠਾਉਣ ਦਾ ਸਵਾਲ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਧਰਨਾ, ਔਰ ਇਹ ਗੱਲ ਆਮ ਰਾਏ ਬਣਦੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਕੁਝ ਬੰਦੇ ਧਰਨਾ ਉਠਾਉਣ ਲਈ ਹੋ ਸਕਦਾ ਕੇਂਦਰ ਸਰਕਾਰ ਨੇ ਭੇਜੇ ਹੋਣ, ਕਿਉਂਕਿ ਗੱਲਬਾਤ ਰਾਹੀਂ ਤਾਂ ਤੁਸੀਂ ਹੱਲ ਨਹੀਂ ਕਰ ਰਹੇ ਮਾਮਲਾ, ਸੁਪਰੀਮ ਕੋਰਟ ਤੋਂ ਕਹਾ ਦਿੱਤਾ ਜਾਏ। ਸੁਪਰੀਮ ਕੋਰਟ ਨੇ ਇੱਕ ਗੱਲ ਤਾਂ ਕੀਤੀ ਹੈ ਸਭ ਤੋਂ ਪਹਿਲੀ, ਉਹਨੇ ਜਿਹੜਾ ਇੱਕ ਵਿਚਾਰ ਪ੍ਰਗਟਾਵੇ ਦਾ ਜਮਹੂਰੀ ਤਰੀਕੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਇਕੱਠੇ ਹੋਣ ਦਾ ਜਿਹੜਾ ਬੁਨਿਆਦੀ ਹੱਕ ਹੈ ਉਹਨੂੰ ਤਸਲੀਮ ਕੀਤਾ। ਉਹਨੂੰ ਕਿਹਾ ਕਿ ਕਿਸਾਨਾਂ ਦਾ ਹੱਕ ਹੈ, ਪਰ ਸ਼ਾਂਤਮਈ ਤਰੀਕੇ ਦੇ ਨਾਲ। ਕਿਸਾਨ ਤਾਂ ਸ਼ਾਂਤਮਈ ਤਰੀਕੇ ਨਾਲ ਹੀ ਨੇ, ਇੰਨੇ ਦਿਨਾਂ ਤੋਂ ਬੈਠੇ ਨੇ, ਕੋਈ ਹਿੰਸਾ ਥੋੜੀ ਹੋ ਰਹੀ ਹੈ, ਬਲਕਿ ਸਾਰੇ ਲੋਕ ਉਸ ਲੈਵਲ ਤੇ ਖੁਸ਼ ਨੇ, ਸਗੋਂ ਆਲੇ ਦੁਆਲੇ ਵਾਲੇ ਵੀ ਕੋਈ ਹਿੰਸਾ ਨਹੀਂ ਹੋ ਰਹੀ, ਔਰ ਉਹ ਸ਼ਾਂਤਮਈ ਤਰੀਕੇ ਦੇ ਨਾਲ ਹੋ ਰਿਹਾ। ਔਰ ਦੂਜੇ ਕਈ ਵੱਡੇ ਵੱਡੇ ਵਕੀਲ ਖੜੇ ਕੀਤੇ ਜਾ ਰਹੇ ਨੇ ਕਿ ਦਿੱਲੀ ਵਾਲਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ, ਇਹਨੂੰ ਚੁਕਾਇਆ ਜਾਏ, ਕਿਤੇ ਵੀ ਜਾ ਕੇ ਸੰਘਰਸ਼ ਹੋ ਸਕਦਾ। ਕਿਤੇ ਵੀ ਜਾ ਕੇ ਸੰਘਰਸ਼ ਕਿਉਂ ਹੋ ਸਕਦਾ? ਸੰਘਰਸ਼ ਜਿੱਥੇ ਸੱਤਾ ਬੈਠੀ ਹੈ ਤੇ ਸੱਤਾ ਦੇ ਕੋਲ ਹੀ ਹੋਏਗਾ। ਜਾਂ ਤਾਂ ਸੱਤਾ ਨੂੰ ਇੰਨਾ ਸੰਵੇਦਨਸ਼ੀਲ ਬਣਾਓ ਕਿ ਲੋਕਾਂ ਨੂੰ ਸੰਘਰਸ਼ ਦੀ ਲੋੜ ਨਾ ਪਵੇ, ਜਦੋਂ ਚਿੱਠੀ ਲਿਖ ਦਿੰਦੇ ਨੇ ਉਦੋਂ ਹੀ ਉਹਨਾਂ ਦੀ ਗੱਲ ਸੁਣ ਲੈ। ਤੇ ਲੋਕਾਂ ਨੂੰ, ਕਿਸੇ ਨੂੰ, ਜਿਹੜੇ ਉਹ ਬੰਦੇ ਕਹਿ ਰਹੇ ਨੇ ਜਾ ਕੇ ਕਿ ਇਹਨੂੰ ਉਠਾਓ, ਇਹੋ ਜਿਹੀ ਕੜਕਦੀ ਠੰਡ ਦੇ ਵਿੱਚ ਸੌਣਾ, ਬਾਹਰ ਸੌਣਾ ਔਰ ਟਰਾਲੀਆਂ ਦੇ ਹੇਠਾਂ ਸੌਣਾ, ਉਹ ਕਦੇ ਦਿਖਾਉਣ ਆਪਣੀ ਜ਼ਿੰਦਗੀ ਦੇ ਵਿੱਚ 10 ਦਿਨ 2 ਦਿਨ ਇਹੋ ਜਿਹੇ ਕੱਟ ਕੇ, ਤੇ ਉਦੋਂ ਬਾਅਦ ਪਤਾ ਲੱਗਦਾ ਨਾ ਕਿ ਕੋਈ ਆਮ ਸ਼ੌਕ ਨੂੰ ਥੋੜੀ ਆਏ ਨੇ, ਸੁਗਲ ਥੋੜੀ ਕਰ ਰਹੇ ਨੇ। ਇਹਦਾ ਮਤਲਬ ਉਹਨਾਂ ਦੀ ਤਕਲੀਫ ਤੁਹਾਡੇ ਨਾਲੋਂ ਕਿੰਨੀ ਵੱਡੀ ਹੋਏਗੀ ਜਿਹੜੇ ਇੱਥੇ ਆ ਕੇ, ਉਹਨੂੰ ਉਸ ਐਂਗਲ ਤੋਂ ਸੋਚਣ ਦਾ ਸਵਾਲ ਹੈ। ਪਰ ਦੂਜੀ ਗੱਲ ਇਹ ਵੀ ਹੈ ਨਾਲ ਦੀ ਨਾਲ, ਇੱਕ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਇੱਕ ਕੱਲ ਕਿਹਾ ਸੀ ਖਾਸ ਤੌਰ ਤੇ ਕਿ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਹਦੇ 'ਚ ਵਿਦਵਾਨ ਹੋਣ ਤੇ ਜਿਹਦੇ 'ਚ ਸਰਕਾਰੀ ਨੁਮਾਇੰਦੇ ਵੀ ਹੋਣ, ਜਿਹਦੇ 'ਚ ਕਿਸਾਨ ਯੂਨੀਅਨ ਦੇ ਤੇ ਹੋਰ ਲੋਕ ਵੀ ਜਿਹੜੇ ਸਟੇਕ ਹੋਲਡਰ ਨੇ ਉਹ ਸਾਰੇ ਹੋਣ। ਉਹ ਕਮੇਟੀ ਇੱਕ ਫੈਸਲਾ ਕਰੇ। ਹੁਣ ਜਾਂ ਤਾਂ ਉਹ ਕਮੇਟੀ ਫੈਸਲਾ ਕਰੇ ਤਦ ਤੱਕ ਲਈ ਸੁਪਰੀਮ ਕੋਰਟ ਕਾਨੂੰਨਾਂ ਨੂੰ ਮਤਲਬ ਇਸ ਲੈਵਲ ਤੇ ਰੱਦ ਕਰੇ, ਔਰ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਜਿਹੜੀ ਸੰਵਿਧਾਨਕ ਵਾਜਬੀਅਤ ਹੈ ਉਹਦੇ ਬਾਰੇ ਅਸੀਂ ਅਜੇ ਫੈਸਲਾ ਨਹੀਂ ਕਰਨਾ ਕਿ ਇਹ ਗੈਰ ਸੰਵਿਧਾਨਕ ਨੇ ਜਾਂ ਸੰਵਿਧਾਨਕ। ਕਿਸਾਨਾਂ ਦਾ ਹੁਣ ਬੁਨਿਆਦੀ ਮੁੱਦਾ ਆ ਕੇ ਉੱਥੇ ਖੜ ਗਿਆ। ਉੱਥੇ ਕਿਵੇਂ ਖੜ ਗਿਆ? ਕਿਉਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ ਪਰ ਕਾਨੂੰਨ ਮੰਨ ਲਓ ਇਸੇ ਨੂੰ। ਇਹਦੇ ਨਾਲ ਫਰਕ ਇਹ ਪੈਂਦਾ ਹੈ ਕਿ ਜੇ ਕਾਨੂੰਨ ਨੂੰ ਇਸੇ ਸ਼ਕਲ 'ਚ ਮੰਨ ਲਿਆ ਜਾਂਦਾ ਹੈ, ਇਹਦਾ ਮਤਲਬ ਤਾਂ ਫਿਰ ਸਿੱਧਾ ਹੋ ਗਿਆ ਕਿ ਕੇਂਦਰ ਸਰਕਾਰ ਨੂੰ ਖੇਤੀ ਦੇ ਵਿਸ਼ੇ ਦੇ ਉੱਤੇ ਕਾਨੂੰਨ ਬਣਾਉਣ ਦਾ ਹੱਕ ਤੁਸੀਂ ਮੰਨ ਲਿਆ, ਜਿਹੜਾ ਕਿ ਉਹ ਕਹਿ ਰਹੇ ਨੇ ਕਿ ਗੈਰ ਸੰਵਿਧਾਨਕ ਹੈ। ਔਰ ਜਿਹੜਾ ਸਟੇਟਾਂ ਦਾ ਇਸ਼ੂ ਹੈ, ਸੂਬਿਆਂ ਦਾ ਮੁੱਦਾ ਹੈ, ਫੈਡਰਲਿਜ਼ਮ ਦਾ ਮੁੱਦਾ ਹੈ, ਇਹ ਤੁਸੀਂ ਇੱਕ ਹਾਂ ਕਰਤੀ ਹੈ ਆਪਣੇ ਆਪ ਕਿ ਤੁਸੀਂ ਇਸ ਲਈ ਚਲਾ ਲਓਗੇ। ਇੱਕ ਤਾਂ ਇਹ ਬੜਾ ਕਾਰਨ ਹੈ ਜਿਹਦੇ ਕਰਕੇ ਕੇਂਦਰ ਸਰਕਾਰ ਪਿੱਛੇ ਨਹੀਂ ਹਟ ਰਹੀ, ਤੇ ਦੂਜਾ ਕਾਰਨ ਹੈ ਜਿਹੜੀ ਛਵੀ ਬਣੀ ਹੋਈ ਹੈ ਮਜ਼ਬੂਤ ਆਗੂ ਦੀ, ਹੰਕਾਰ ਐਂਗਲ ਦਾ, ਉਹਦੇ ਕਾਰਨ ਪਿੱਛੇ ਨਹੀਂ ਹਟ ਰਹੀ। ਪਰ ਜੇ ਤੁਹਾਡਾ ਖੋਲ ਹੀ ਰਹਿ ਗਿਆ, ਤੁਹਾਨੂੰ ਲੈ ਕੇ ਕਰਨਾ ਕੀ ਹੈ ਉਸ ਸਾਰੇ ਮਾਮਲੇ ਨੂੰ? ਇਹ ਬਹੁਤ ਇੱਕ ਵੱਡਾ ਮਾਮਲਾ ਜਿੱਥੇ ਆ ਕੇ ਹੁਣ ਗੱਲ ਖੜੀ ਹੋਈ ਹੈ। ਅਸਲ ਤੇ ਉਹ ਕੇਂਦਰ ਤੇ ਰਾਜਾਂ ਦੇ ਅਧਿਕਾਰਾਂ ਤੇ ਜਾ ਕੇ ਫਸੀ ਹੋਈ ਗੱਲ ਹੈ। ਉਹਨੂੰ ਹੁਣ ਸੁਪਰੀਮ ਕੋਰਟ ਸੁਣੇ, ਉਹਦੇ ਤੇ ਕੋਈ ਫੈਸਲਾ ਕਰੇ ਤਾਂ ਗੱਲ ਕਿਤੇ ਨਾ ਕਿਤੇ ਨਿਬੜਦੀ ਹੈ। ਉਹ ਕਮੇਟੀ ਵੀ ਜਿਹੜੀ ਬਣਾਉਣਗੇ ਉਹਦਾ ਵੀ ਕੋਈ ਟਾਈਮ ਫਰੇਮ ਹੋਏ ਕਿ ਉਹਨੇ ਹਫ਼ਤੇ 'ਚ, 10 ਦਿਨ 'ਚ, 15 ਦਿਨ 'ਚ ਆਪਣੀ ਰਿਪੋਰਟ ਦੇ ਦੇਣੀ ਹੈ। 15 ਦਿਨ ਠੀਕ ਹੈ, ਉਹਨਾਂ ਚਿਰ ਅੰਦੋਲਨ ਤਾਂ ਜਾਰੀ ਰਹੂਗਾ। ਅੰਦੋਲਨ ਨੂੰ ਜੇ ਹਟਾਉਣਾ ਹੈ ਤਾਂ ਉਹ ਕਮੇਟੀ ਕੀ ਉਹ ਕਾਨੂੰਨ ਦੇ ਮੁਤਾਬਕ ਫੈਸਲਾ ਦਿੰਦੀ ਹੈ? ਜੇ ਦਿੰਦੀ ਹੈ, ਲੋਕਾਂ ਨੂੰ ਸੰਤੁਸ਼ਟ ਕਰਦੀ ਹੈ ਤਾਂ ਠੀਕ ਹੈ ਉਹ ਕਮੇਟੀ ਦੇ ਮੁਤਾਬਕ। ਜੇ ਸਰਕਾਰ ਨੂੰ ਇਹ ਮਹਿਸੂਸ ਹੁੰਦਾ ਹੈ, ਮੈਨੂੰ ਤਾਂ ਲੱਗਦਾ ਕਿ ਇਹੋ ਜਿਹੀ ਜੇਕਰ ਕਮੇਟੀ ਬਣਾ ਕੇ ਇਹ ਚੀਜ਼ ਐਵੇਂ ਹੁੰਦੀ ਹੈ ਟਾਈਮ ਬਾਉਂਡ ਕਿ ਇੰਨੇ ਸਮੇਂ 'ਚ ਦੇਗੀ, ਅੰਦੋਲਨ ਉਹਨਾਂ ਚਿਰ ਚੱਲਦਾ ਵੀ ਰਹੇ, ਤਾਂ ਸਰਕਾਰ ਨੂੰ ਵੀ ਨਿਕਲਣ ਦਾ ਇੱਕ ਮੌਕਾ ਮਿਲਦਾ ਵੀ ਇਹ ਤਾਂ ਸੁਪਰੀਮ ਕੋਰਟ ਦੀ ਕਮੇਟੀ ਨੇ ਫੈਸਲਾ ਕਰਤਾ ਜੀ ਵਿਡਰਾ ਕਰਨ ਦਾ, ਅਸੀਂ ਤਾਂ ਨਹੀਂ। ਉਹਨਾਂ ਦੀ ਵੀ ਜਿਹੜੀ ਹਉਮੈ ਆ ਉਹਨੂੰ ਵੀ ਥੋੜ੍ਹਾ ਜਿਹਾ ਪੱਠੇ ਪੈਂਦੇ ਨੇ, ਤੇ ਇੱਕ ਦੇਸ਼ ਦੇ ਵਿੱਚੋਂ ਇੱਕ ਹਾਲਤ ਜਿਹੜੀ ਹੈ ਉਹ ਠੀਕ ਹੁੰਦੀ ਹੈ, ਜਿਵੇਂ ਅੱਜ ਕੱਲ੍ਹ ਨਹੀਂ ਤਾਂ ਕਰਨ ਲੱਗੇ ਨੇ। ਔਰ ਕੇਂਦਰ ਸਰਕਾਰ ਜਿਹੜੀ ਜਦੋਂ ਦਾ ਡੈਡਲੌਕ ਹੋਇਆ ਉਦੋਂ ਬਾਅਦ ਉਹਨਾਂ ਨੇ ਨਹੀਂ ਸੱਦਿਆ ਕਿਸਾਨਾਂ ਨੂੰ। ਹਾਲਾਂਕਿ ਕਿਸਾਨਾਂ ਨੇ ਲਿਖਤੀ ਤੌਰ ਤੇ ਵੀ ਦੇਤਾ ਉਹਦਾ ਜਵਾਬ, ਜਿਹੜਾ ਉਹ ਕਹਿੰਦੇ ਸੀ ਵੀ ਜੋ ਅਸੀਂ ਪ੍ਰਪੋਜ਼ਲ ਭੇਜੀ ਉਹਦਾ ਜਵਾਬ ਨਹੀਂ ਦਿੱਤਾ, ਜ਼ੁਬਾਨੀ ਹੈ ਜੀ, ਉਹ ਲਿਖਤੀ ਵੀ ਭੇਜਤਾ। ਤਾਂ ਵੀ ਗੱਲਬਾਤ ਲਈ ਅੱਗੇ ਕਿਉਂ? ਤੁਸੀਂ ਤਾਂ ਗੱਲਬਾਤ ਦੀ ਬਜਾਏ ਤੁਸੀਂ, ਮੈਨੂੰ ਤਾਂ ਲੱਗਦਾ ਉਹ ਅਦਾਲਤ ਨੂੰ ਵੀ ਗੁੰਮਰਾਹ ਕਰ ਰਹੇ ਨੇ। ਗੱਲਬਾਤ ਦਾ ਤੁਸੀਂ ਦੁਬਾਰਾ ਸੱਦਾ ਕਦੋਂ ਭੇਜਿਆ ਲਿਖਤੀ? ਦੂਜੀ ਗੱਲ, ਤੁਸੀਂ ਉਦੋਂ ਬਾਅਦ
ਇੱਕ ਮੁਹਿੰਮ ਚਲਾਤੀ ਹੈ। ਤੁਸੀਂ ਵੱਖ-ਵੱਖ ਸਟੇਟਾਂ ਸੂਬਿਆਂ 'ਚ ਜਾ ਕੇ ਇਹ ਕਹਿ ਰਹੇ ਹੋ ਕਿਸਾਨਾਂ ਨੂੰ ਕਿ ਇਹ ਕੇਵਲ ਪੰਜਾਬ ਦੀ ਲੜਾਈ ਹੈ ਤੇ ਪੰਜਾਬ ਨੂੰ ਅਲੱਗ-ਥਲੱਗ ਕਰੋ, ਅਸੀਂ ਬਾਕੀ ਕਿਸਾਨ ਸਾਡੇ ਨਾਲ ਨੇ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ। ਅੱਜ ਹਾਲਾਂਕਿ ਟਕਰਾਅ ਹੋਇਆ ਉੱਤਰਾਖੰਡ ਦੇ ਵਿੱਚ ਤੇ ਰੁਦਰਪੁਰ ਦੇ ਵਿੱਚ ਬੀਜੇਪੀ ਟਰੈਕਟਰਾਂ ਨਾਲ ਰੈਲੀ ਕਰ ਰਹੀ ਸੀ, ਕਿਸਾਨਾਂ ਨੇ ਉਹਨਾਂ ਦੇ ਝੰਡੇ ਖੋਲੇ ਤੇ ਟਰੈਕਟਰ ਰੈਲੀ ਬੰਦ ਕਰਾਈ ਹੈ। ਦੂਜੀ ਜਗ੍ਹਾ ਕੇਂਦਰੀ ਖੇਤੀ ਮੰਤਰੀ ਦੇ ਨਾਲ ਜਿਹੜੀ ਔਰਤ ਕਿਸਾਨਾਂ ਦੀ ਅਗਵਾਈ ਦੇ ਵਿੱਚੋਂ ਵੱਡੇ ਪੱਧਰ ਤੇ ਸਵਾਲ ਜਵਾਬ ਕਰ ਰਹੇ ਨੇ, ਖੇਤੀ ਮੰਤਰੀ ਨੂੰ ਜਵਾਬ ਨਹੀਂ ਆ ਰਿਹਾ ਉਸ ਮਾਮਲੇ ਦੇ ਉੱਤੇ। ਜੇ ਯੂਪੀ ਦੇ ਕਿਸਾਨ ਹਰਿਆਣਾ ਤੇ ਯੂਪੀ ਦੇ ਬਾਰਡਰ ਤੇ ਬੈਠੇ, ਰਾਜਸਥਾਨ ਦੇ ਕਿਸਾਨ ਬੈਠੇ ਨੇ, ਯੂਪੀ ਦੇ ਕਿਸਾਨ ਬੈਠੇ ਨੇ, ਜਿਹੜੇ ਕਿਸਾਨ ਨੂੰ ਤੁਸੀਂ ਗੱਲ ਕਰਨ ਲਈ ਭਾਨੂੰ ਪ੍ਰਤਾਪ ਨੂੰ ਲੈ ਕੇ ਆਏ ਸੀ, ਉਹਦੀ ਜਥੇਬੰਦੀ ਬਾਗੀ ਹੋ ਕੇ ਦੁਬਾਰਾ ਆ ਕੇ ਬਹਿ ਗਈ ਉਸ ਸਾਰੇ ਮਾਮਲੇ 'ਚ। ਤੁਸੀਂ ਕੀ ਟਕਰਾਅ ਕਰ ਲਿਓ? ਇਹ ਦੋ ਹਿੱਸਿਆਂ ਦੀ ਲੜਾਈ ਹੋ ਰਹੀ ਹੈ। ਜਾਂ ਜੇ ਆਪਣੇ ਨਾਗਰਿਕ ਉਸ ਰੂਪ 'ਚ ਸਮਝਦੇ ਹੋ, ਹਰਿਆਣਾ ਪੂਰੀ ਤਰ੍ਹਾਂ ਤੁਹਾਡੇ ਨਾਲ ਇਸੇ ਲੈਵਲ ਤੇ ਦਿਖਾਈ ਦੇ ਰਿਹਾ ਔਰ ਸਾਰੇ ਲੋਕ ਨੇ। ਇਹਨੂੰ ਐਡਾ ਛੋਟਾ ਕਹਿ ਕੇ ਇਹਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਨੀਅਤ ਸਾਫ਼ ਨਹੀਂ ਹੈ, ਔਰ ਸਾਫ਼ ਨੀਅਤ ਹੋਵੇ ਤਾਂ ਹਕੀਕਤ ਨੂੰ ਮੰਨ ਲੈਣਾ ਹੁੰਦਾ। ਮੰਨੀ ਹੋਈ ਹਕੀਕਤ ਦੇ ਆਧਾਰ ਤੇ ਅੱਗੇ ਗੱਲਬਾਤ ਤੋੜਨੀ ਹੁੰਦੀ ਹੈ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸੁਪਰੀਮ ਕੋਰਟ ਵੀ ਇਹ ਕਹਿ ਸਕਦੀ ਹੈ ਕੇਂਦਰ ਸਰਕਾਰ ਨੂੰ ਕਿ ਤੁਸੀਂ ਗੱਲਬਾਤ ਕਰੋ, ਅਗਲਾ ਸਟੈਪ ਵਾਪਸ ਲੈਣ ਦੇ ਹੱਦ ਤੱਕ ਵੀ ਤੁਸੀਂ ਗੱਲਬਾਤ ਕਰੋ। ਉੱਥੇ ਜੇ ਤੁਸੀਂ ਇਹ ਕਹੋਗੇ, ਤੁਸੀਂ ਕਹਿੰਦੇ ਹੋ ਕਿਸਾਨ ਅੜੇ ਹੋਏ ਨੇ, ਹਾਂ ਜਾਂ ਨਾ, ਤੁਸੀਂ ਵੀ ਤਾਂ ਅੜੇ ਹੋਏ ਹੋ। ਜੇ ਤੁਸੀਂ ਕਹੋ ਵੀ ਕੋਈ ਗੱਲ ਨਹੀਂ ਅਸੀਂ ਵਾਪਸ ਵੀ ਲਵਾਂਗੇ ਪਰ ਆਪਾਂ ਗੱਲ ਸਟਾਰਟ ਕਰੀਏ, ਦੇਖੀਏ, ਇੱਕ ਦੂਜੇ ਨੂੰ ਸੁਣੀਏ ਤਾਂ ਸਹੀ, ਤੁਸੀਂ ਸੱਦਾ ਪੱਤਰ ਦਿਓ। ਇਹ ਜਿਹੜਾ ਇੱਕ ਮਾਹੌਲ ਜਿਹੜਾ ਹੈ ਉਹ ਬੜਾ ਖਤਰਨਾਕ ਮਾਹੌਲ ਹੈ, ਉਹ ਗ੍ਰਹਿ ਯੁੱਧ ਵਰਗਾ ਮਾਹੌਲ ਹੈ। ਜੇ ਬਾਕੀ ਸੂਬਿਆਂ 'ਚ ਆਏ ਕਿਸਾਨਾਂ ਤੇ ਬੀਜੇਪੀ ਦੇ ਐਮਪੀਆਂ 'ਚ ਉਹ ਹੋਣ ਲੱਗ ਗਿਆ ਟਕਰਾਅ, ਇੱਕ ਤਾਂ ਸੋਸ਼ਲ ਮੀਡੀਆ ਤੇ ਆਇਆ ਜਿਹਨੂੰ ਕਿਸਾਨ ਆਗੂ ਕਹਿ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਹ ਕਹਿੰਦੇ ਕੋਈ ਪਤਾ ਨਹੀਂ ਕਾਹਦਾ ਰੋਗ ਗਿਆ, ਕੋਈ ਬਿਜ਼ਨਸ ਕਰ ਰਿਹਾ ਕਿਤੇ ਬੰਦਾ। ਤੁਸੀਂ ਜਾਲੀ ਬੰਦੇ ਖੜੇ ਕਰਕੇ ਨਹੀਂ ਇਹ ਗੱਲਾਂ ਕਰ ਸਕਦੇ। ਜਿਹੜੀਆਂ ਅਸਲੀ ਜਥੇਬੰਦੀਆਂ ਨੇ, ਜਿਹੜੀਆਂ ਲੜ ਰਹੀਆਂ ਨੇ, ਉਹਨਾਂ ਨਾਲ ਗੱਲ ਤੁਹਾਨੂੰ ਕਰਨੀ ਪਏਗੀ। ਹਮੀਰ ਸਿੰਘ ਜੀ, ਜਦੋਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਜਿਹੜੇ ਲਾਗੂ ਕਰਨੇ ਸੀ, ਉਸ ਸਮੇਂ ਤਾਂ ਕਰੋਨਾ ਦੇ ਸਮੇਂ ਸਤੰਬਰ ਮਹੀਨੇ 'ਚ ਵੀ ਲੋਕ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਸੱਦਿਆ ਜਾਂਦਾ, ਪਰ ਜਿਹੜਾ ਅਸੂਲਨ ਬਣਦਾ ਸਰਦ-ਰੁੱਤ ਸੈਸ਼ਨ ਕੇਂਦਰ ਸਰਕਾਰ ਨੇ ਉਹ ਬੁਲਾਉਣ ਤੋਂ ਜਿਹੜਾ ਮਨਾ ਕਰਤਾ, ਕਿਉਂਕਿ ਕੇਂਦਰ ਸਰਕਾਰ ਕੋਲੋਂ ਗੱਲਬਾਤ ਕਰਨ ਲਈ ਕੋਈ ਮੁੱਦਾ ਨਹੀਂ ਹੈ। ਇਹਨਾਂ ਨੂੰ ਪਤਾ ਹੈ ਕਿ ਕਿਸਾਨੀ ਮੁੱਦੇ ਤੇ ਸਾਨੂੰ ਘੇਰਿਆ ਜਾਏਗਾ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਵਿਧਾਨ ਸਭਾ ਦਾ ਜਿਹੜਾ ਅੱਜ ਇੱਕ ਦਿਨ ਦਾ ਸੈਸ਼ਨ ਸੱਦਿਆ ਗਿਆ, ਉਹਦੇ ਵਿੱਚ ਕੀ ਗੱਲਬਾਤ ਹੋਈ ਹੈ, ਅਸੀਂ ਜਾਣਨਾ ਚਾਹਾਂਗੇ। ਅਸਲ ਦੇ ਵਿੱਚ ਇਹੀ ਹੈ, ਕੇਂਦਰ ਦਾ 70 ਸਾਲਾਂ 'ਚ ਇਹ ਗੱਲ ਨਹੀਂ ਹੋਈ ਕਿ ਤੁਸੀਂ ਸਰਦ ਰੁੱਤ ਦਾ ਸੈਸ਼ਨ ਹੀ ਨਹੀਂ ਸੱਦੋਗੇ। ਹੁਣ ਤੁਸੀਂ ਜਮਹੂਰੀ ਸਰਕਾਰਾਂ ਕਹਾਉਂਦੇ ਹੋ ਤੇ ਤੁਸੀਂ ਨਹੀਂ ਸੱਦੋਗੇ ਤਾਂ ਜਨਵਰੀ ਆ ਜਾਊਗੀ। ਹੁਣ ਫਿਰ ਬਜਟ ਸੈਸ਼ਨ ਤਾਂ ਆਊਗਾ, ਧਰਨਾ ਤਾਂ ਉਦੋਂ ਤੱਕ ਰਹੂਗਾ ਜੇਕਰ ਤੁਸੀਂ ਨਹੀਂ ਗੱਲ ਸੁਣਦੇ ਜਾਂ ਉਸ ਲੈਵਲ ਦੀ। ਮਤਲਬ ਇਹ ਟਲ ਕੇ ਕੰਮ ਨਹੀਂ ਚੱਲ ਸਕਦਾ। ਟਲਣ ਦਾ ਮਤਲਬ ਹੁੰਦਾ ਕਿ ਤੁਸੀਂ ਕਾਇਰਤਾ ਦਿਖਾ ਰਹੇ ਹੋ, ਤੁਸੀਂ ਸਾਹਮਣਾ ਕਰਨ ਲਈ ਤਿਆਰ ਨਹੀਂ, ਆਰਗੂਮੈਂਟ ਕਰਨ ਲਈ ਤਿਆਰ ਨਹੀਂ, ਆਪਣੇ ਬੰਦਿਆਂ ਨਾਲ ਨਹੀਂ ਗੱਲ ਕਰਨ ਲਈ ਤਿਆਰ। ਉਹ ਇਸ ਚੀਜ਼ ਨੂੰ ਦਰਸਾ ਰਿਹਾ ਹੈ ਕਿ ਤੁਸੀਂ ਜਮਹੂਰੀ ਕਦਰਾਂ ਕੀਮਤਾਂ 'ਚ ਯਕੀਨ ਨਹੀਂ ਰੱਖਦੇ। ਪਾਰਲੀਮੈਂਟ ਦੇ ਵਿੱਚ ਬਾਕੀ ਐਮਪੀਆਂ ਨੂੰ ਗੱਲ ਕਰਨ ਦਿੰਦੇ, ਆਉਣ ਦਿਓ, ਤੁਸੀਂ ਉਹਨਾਂ ਦੀ ਸੁਣੋ ਤੇ ਤੁਸੀਂ ਜਵਾਬ ਦੇ ਦਿਓ ਜੇ ਤੁਹਾਡੇ ਕੋਲ ਕੋਈ ਗੱਲ ਹੈ। ਤੇ ਹੁਣ ਇਦੋਂ ਪਹਿਲਾਂ ਇਹ ਕਿਸਾਨ ਅੰਦੋਲਨ ਦਾ ਦਬਦਬਾ ਔਰ ਪ੍ਰਭਾਵ ਹੈ ਸਾਡੇ ਸਾਹਮਣੇ ਕਿ ਕਿਸਾਨ ਅੰਦੋਲਨ ਨੇ ਪਹਿਲਾਂ ਅਕਾਲੀ ਦਲ ਦੇ ਥਰੂ ਨੂੰ ਇਸ ਗੱਲ ਲਈ ਮਜਬੂਰ ਕੀਤਾ ਕਿ ਤੁਸੀਂ ਬਿੱਲਾਂ ਦੇ ਖਿਲਾਫ ਆਓ ਤੇ ਐਨਡੀਏ 'ਚੋਂ ਬਾਹਰ ਆਓ। ਫਿਰ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਇਹ ਮਜਬੂਰ ਕੀਤਾ ਕਿ ਸਾਰੀਆਂ ਪਾਰਟੀਆਂ ਇਕੱਠੇ ਤੌਰ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾਉਣ ਤੇ ਇਹਨਾਂ ਬਿੱਲਾਂ ਨੂੰ ਰੱਦ ਕਰਨ, ਮਤਾ ਪਾਓ। ਤੇ ਹੁਣ ਇੱਕ ਸਵਾਲ ਉੱਠ ਰਿਹਾ ਸੀ ਬਾਰ-ਬਾਰ ਆਮ ਆਦਮੀ ਪਾਰਟੀ ਤੇ ਕਿ ਜੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਵਾਲੇ ਕਾਨੂੰਨਾਂ ਤੇ ਬੋਲਦੇ ਹੋ, ਬਾਕੀ ਤੇ ਗੱਲ ਕਰਦੇ ਹੋ, ਕਿ ਤੁਹਾਡੀ ਵਿਧਾਨ ਸਭਾ ਕਿਉਂ ਨਹੀਂ ਕਹਿ ਰਹੀ? ਪਹਿਲਾਂ ਉਹ ਟਾਲਦੇ ਰਹੇ ਕਿ ਇਹ ਤਾਂ ਜੀ ਪੰਜਾਬ ਦਾ ਮੁੱਦਾ, ਇਹ ਪੰਜਾਬ ਦਾ ਇਕੱਲਾ ਮੁੱਦਾ ਥੋੜੀ ਹੈ ਤੁਹਾਡਾ, ਜੇ ਦੇਸ਼ ਦਾ ਮੁੱਦਾ। ਤੁਸੀਂ ਇੱਕ ਸਰਕਾਰ 'ਚੋਂ, ਤੁਸੀਂ ਉਹਦਾ ਨਾਂ ਹਾਂ ਦਾ ਨਾਰਾ, ਔਰ ਜਦੋਂ ਪਾਣੀ ਉੱਥੇ ਤੱਕ ਚਲਾ ਗਿਆ, ਅੰਦੋਲਨ ਦਾ ਸਾਈਜ਼ ਐਡਾ ਵੱਡਾ ਚਲਾ ਗਿਆ, ਤਾਂ ਹੁਣ ਉਹਦੇ ਨਾਲ ਦੀ ਨਾਲ ਇਹ ਅਸੈਂਬਲੀ ਦਾ ਸੈਸ਼ਨ ਅੱਜ ਬੁਲਾਇਆ ਗਿਆ। ਅਸੈਂਬਲੀ ਦੇ ਸੈਸ਼ਨ ਦੇ ਵਿੱਚ ਇੱਕ ਗੱਲ ਕੀਤੀ ਹੈ ਕਿ ਉਹਨਾਂ ਨੇ ਬਿੱਲਾਂ ਦਾ ਵਿਰੋਧ ਕੀਤਾ ਤੇ ਅਰਵਿੰਦ ਕੇਜਰੀਵਾਲ ਨੇ ਤਿੰਨੇ ਬਿੱਲ ਪਾੜ ਕੇ ਸਭ ਦੇ ਸਾਹਮਣੇ ਲਾਈਵ ਹੋ ਕੇ ਕਿਹਾ ਕਿ ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ, ਕੇਂਦਰ ਸਰਕਾਰ ਨੂੰ ਇਹ ਵਾਪਸ ਲੈਣੇ ਚਾਹੀਦੇ ਨੇ। ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਦੀ ਬਹੁਤ ਬੜੀ ਜਿੱਤ ਹੈ। ਇੱਕ ਹੋਰ ਵਿਧਾਨ ਸਭਾ, ਇੱਕ ਹੋਰ ਸਰਕਾਰ ਸਿੱਧੇ ਤੌਰ ਤੇ ਤੁਹਾਡੇ ਪੱਖ 'ਚ ਖੜੀ ਦਿਖਾਈ ਦਿੰਦੀ ਹੈ। ਇਦੋਂ ਪਹਿਲਾਂ ਛੱਤੀਸਗੜ੍ਹ ਤੇ ਰਾਜਸਥਾਨ ਦੀ ਜਿਹੜੀ ਸਰਕਾਰ ਹੈ ਉਹ ਵੀ ਵਿਧਾਨ ਸਭਾਵਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਪੱਖ 'ਚ ਉਸ ਲੈਵਲ ਤੇ ਗੱਲ ਕਰਦੀ ਹੈ। ਪਰ ਸਭ ਤੋਂ ਬੁਨਿਆਦੀ ਮੁੱਦਾ ਫੈਡਰਲਿਜ਼ਮ ਦਾ ਮੁੱਦਾ ਹੈ, ਸੰਘੀ ਢਾਂਚੇ ਦਾ ਮੁੱਦਾ ਹੈ, ਜਿਹਦੇ ਨਾਲ ਜੁੜ ਕੇ ਇਹ ਕਿਸਾਨੀ ਦਾ ਮੁੱਦਾ ਖੜਾ ਹੋਇਆ ਹੁਣ ਤੱਕ। ਔਰ ਇਸੇ ਕਰਕੇ ਬਿੱਲ ਵਾਪਸ ਕਰਾਉਣ ਦਾ ਸਭ ਤੋਂ ਬੜੀ ਡਿਮਾਂਡ ਹੈ, ਮੰਗ ਹੈ ਇਸ ਰੂਪ ਦੇ ਵਿੱਚ ਆਈ ਹੋਈ। ਔਰ ਇਹ ਸਵਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੈ ਕਿ ਤੁਸੀਂ ਕਿੰਨੀ ਕੁ ਮਾਨਿਜਤ ਦੇ ਨਾਲ, ਜਮਹੂਰੀ ਕਦਰਾਂ ਕੀਮਤਾਂ ਨਾਲ ਇਹਨੂੰ ਸੁਧਾਰਦੇ ਹੋ, ਇਹਨੂੰ ਹੱਲ ਕਰਦੇ ਹੋ, ਜਾਂ ਫਿਰ ਤਾਨਾਸ਼ਾਹ ਰੂਪ ਦੇ ਵਿੱਚ ਇਹਨੂੰ ਲਮਕਾਉਂਦੇ ਹੋ। ਕਿੰਨਾ ਲਮਕਦਾ ਹੈ, ਇਹ ਖਤਰਨਾਕ ਮੋੜ ਵੀ ਲੈ ਸਕਦਾ ਜੇਕਰ ਇਸੇ ਤਰ੍ਹਾਂ ਲਮਕੇਗਾ। ਔਰ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਸਦਬੁੱਧੀ ਆਏਗੀ,
ਉਹ ਗੱਲਬਾਤ ਕਰਨਗੀਆਂ। ਔਰ ਇਹ ਜਿਹੜੇ ਇੱਧਰ ਉੱਧਰਲੇ ਕੰਮ ਨੇ ਕਿ ਸ਼ਾਇਦ ਅਦਾਲਤ ਦੇ ਰਾਹੀਂ ਇਹ ਹਟ ਜੇ, ਸ਼ਾਇਦ ਬਾਕੀ ਰਾਹੀਂ ਕਿਸੇ ਤੇ ਹਟ ਜੇ, ਇਹ ਮੈਨੂੰ ਲੱਗਦਾ ਕਿ ਨਹੀਂ ਚੀਜ਼ਾਂ ਬਿਹਤਰ ਹੁੰਦੀਆਂ ਜਦੋਂ ਐਡੇ ਵੱਡੇ ਹਜੂਮਾਂ ਨੂੰ ਤੁਸੀਂ ਇਨਸਾਫ ਦਿੱਤੇ ਬਿਨਾਂ ਉਠਾਓਗੇ ਜਾਂ ਮਜਬੂਰ ਕਰੋਗੇ ਤਾਂ ਉਹ ਗੁੱਸਾ ਕਿਤੇ ਨਾ ਕਿਤੇ ਨਿਕਲਦਾ ਹੈ। ਇਹ ਬਹੁਤ ਹੀ ਸਬਰ ਸੰਤੋਖ ਤੇ ਸ਼ਾਂਤਮਈ ਤਰੀਕੇ ਦਾ ਅੰਦੋਲਨ ਹੈ ਤੇ ਜੇ ਇਹਨੂੰ ਬਹੁਤ ਵੱਡਾ ਲਮਕਾਉਣ ਦੀ ਗੱਲ ਹੈ ਤਾਂ ਇਹਦੇ ਲਈ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਸਿਰ ਵਾਕਈ ਆਏਗੀ। ਇਹ ਉਹਨਾਂ ਲੋਕਾਂ ਦੇ ਸਿਰ ਨਹੀਂ ਆਏਗੀ ਜਿਨ੍ਹਾਂ ਨੇ ਇੰਨਾ ਵੱਡਾ ਸੰਜਮ ਰੱਖਿਆ। ਇਸ ਚੀਜ਼ ਨੂੰ ਸੋਚਣਾ ਚਾਹੀਦਾ ਔਰ ਉਹ ਸੋਚਦੇ ਹੋਏ ਜਿਹੜੇ ਉਹਨਾਂ ਦੇ ਐਡਵਾਈਜ਼ਰ ਵੀ ਨੇ, ਜਿਹੜੇ ਬਾਕੀ ਲੋਕ ਵੀ ਨੇ, ਉਹਨਾਂ ਨੂੰ ਵੀ ਦੇਖਣਾ ਚਾਹੀਦਾ। ਔਰ ਇਹ ਮੀਡੀਆ ਨੂੰ ਵੀ, ਜਿਹੜਾ ਸੋ ਕਾਲਡ ਨੈਸ਼ਨਲ ਮੀਡੀਆ ਇੱਧਰ ਉੱਧਰ ਦੀਆਂ ਗੱਲਾਂ ਕਦੇ ਖਾਲਿਸਤਾਨੀ ਕਦੇ ਕੋਈ, ਔਰ ਉਹ ਦੁਨੀਆ ਦੇ ਮੀਡੀਆ ਨੂੰ ਇਹ ਦੇਖ ਲੇ ਵਾਸ਼ਿੰਗਟਨ ਪੋਸਟ ਕੀ ਕਹਿ ਰਿਹਾ, ਡੇਲੀ ਦੀਆਂ ਰਿਪੋਰਟਾਂ 'ਚ BBC ਡੇਲੀ ਕਵਰ ਕਰ ਰਿਹਾ ਉਸ ਮਾਮਲੇ ਦੇ ਵਿੱਚ, ਅਲ ਜਜ਼ੀਰਾ ਕਵਰ ਕਰ ਰਿਹਾ, ਵੱਡੇ ਵੱਡੇ ਨਿਊਯਾਰਕ ਟਾਈਮਜ਼ ਕਰ ਰਹੇ ਨੇ। ਤੇ ਤੁਹਾਨੂੰ ਇੰਨੀ ਕੁ ਸੰਗੀ ਲੱਗ ਜਾਣੀ ਚਾਹੀਦੀ ਹੈ ਕਿ ਜੇ ਕੋਈ ਬਾਕੀ ਦਾ ਮੀਡੀਆ ਇਹ ਕਰ ਰਿਹਾ ਤਾਂ ਤੁਸੀਂ ਕਿਉਂ ਨਹੀਂ ਕਰਦੇ। ਇਹ ਸਭ ਦਾ ਸਾਂਝਾ ਫਰਜ਼ ਬਣਦਾ। ਜੇ ਚੱਕੀ ਜਾਓਗੇ ਤੁਸੀਂ, ਚੱਕੀ ਜਾਓਗੇ ਤੇ ਹੋਰਾਂ ਪਾਸਿਆਂ ਦੇ ਵਿੱਚ ਤਾਂ ਉਹ ਗੱਲ ਨਹੀਂ ਬਣਦੀ। ਇਸ ਕਰਕੇ ਇਸ ਲੈਵਲ ਦੀ ਕੜਕਦੀ ਸਰਦੀ ਦੇ ਵਿੱਚ ਹੁਣ ਇਹ ਪੰਜਾਬ ਦੇ ਲਈ ਇਹ ਮਹੀਨਾ ਜਿਹੜਾ ਹੈ ਇਹ ਬਹੁਤ ਦਰੇਗ ਦਾ ਮਹੀਨਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੇ ਦੌਰਾਨ 20 ਦਸੰਬਰ ਨੂੰ ਜਿਹੜਾ ਉਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। 21, 22, 23 ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ। ਉਦੋਂ ਬਾਅਦ ਜਾ ਕੇ ਨੀਹਾਂ 'ਚ ਚਿਣੇਗੇ ਅਗਲੇ ਲਾਸਟ ਹਫਤੇ ਦੇ ਵਿੱਚ, ਦਸੰਬਰ ਦੇ ਵਿੱਚ 2 ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਦੀ ਸ਼ਹਾਦਤ। ਇਹ ਸਾਰੀਆਂ ਸ਼ਹਾਦਤਾਂ ਦਾ ਦੌਰ ਹੈ ਇਹ ਮਹੀਨਾ। ਇਸ ਸਮੇਂ ਸਾਰਾ ਜਿਹੜਾ ਇੱਕ ਪੂਰਾ ਇਲਾਕਾ ਹੁੰਦਾ ਸਾਡਾ ਉਹ ਉਸ ਲੈਵਲ ਦੇ ਮਤਲਬ ਇੱਕ ਸੋਗਮਈ ਤਰੀਕੇ ਦੀ ਗੱਲ ਕਰਦਾ। ਹਾਲਾਂਕਿ ਉਹ ਦ੍ਰਿੜਾਉਂਦਾ ਮੁੜ ਕੇ, ਇਹ ਵਾਰ-ਵਾਰ ਜਜ਼ਬਾ ਪੈਦਾ ਕਰਦਾ ਉਹਦੇ 'ਚ ਕਿ ਜਦੋਂ ਇਸ ਲੈਵਲ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਸਾਨੂੰ ਵੀ ਉਸ ਪੱਧਰ ਦੀਆਂ ਲੜਾਈਆਂ ਜਿਹੜੀਆਂ ਲੜਨੀਆਂ ਪੈਣਗੀਆਂ ਸਬਰ ਸੰਤੋਖ ਨਾਲ ਤੇ ਵੱਡੇ ਤੋਂ ਵੱਡੀ ਕੁਰਬਾਨੀ ਦੇ ਰੂਪ ਦੇ ਵਿੱਚ ਵੀ। ਇਹਨਾਂ ਘਟਨਾਵਾਂ ਤੋਂ ਵੀ, ਇਤਿਹਾਸਕ ਘਟਨਾਵਾਂ ਤੋਂ ਵੀ ਥੋੜ੍ਹੀ ਬਹੁਤ ਸਬਕ ਸਿੱਖਣ ਦੀ ਲੋੜ ਹੁੰਦੀ ਹੈ ਕੇਂਦਰ ਸਰਕਾਰ ਨੂੰ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਕਿਸਾਨਾਂ ਵੱਲੋਂ ਕੇਂਦਰੀ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਸੰਘਰਸ਼ ਸ਼ੁਰੂ ਕੀਤਾ ਗਿਆ ਸੀ, ਉਸ 'ਚ ਪੰਜਾਬ, ਰਾਜਸਥਾਨ, ਛੱਤੀਸਗੜ੍ਹ ਤੋਂ ਬਾਅਦ ਜਿਹੜਾ ਹੈਗਾ ਅੱਜ ਦਿੱਲੀ ਵਿਧਾਨ ਸਭਾ ਵੱਲੋਂ ਵੀ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਦਿਆਂ ਜਿਹੜਾ ਹੈਗਾ ਉੱਥੇ ਅਰਵਿੰਦ ਕੇਜਰੀਵਾਲ ਵੱਲੋਂ ਬਿੱਲਾਂ ਦੀ ਕਾਪੀਆਂ ਫਾੜੀਆਂ ਗਈਆਂ ਨੇ। ਇਸ ਤੋਂ ਇੱਕ ਚੀਜ਼ ਸਾਫ਼ ਹੁੰਦੀ ਹੈ ਵੀ ਅੱਜ ਦਿੱਲੀ ਵਿਧਾਨ ਸਭਾ ਜਿਹੜੀ ਹੈਗੀ ਹੈ ਕਿਸਾਨਾਂ ਦੀ ਹਮਾਇਤ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਵੀ ਕੇਂਦਰ ਸਰਕਾਰ ਕਦੋਂ ਕਿਸਾਨਾਂ ਦੀ ਮੰਗਾਂ ਨੂੰ ਮੰਨਦੀ ਹੈ, ਕਦੋਂ ਜਿਹੜਾ ਹੈਗਾ ਇਹ ਕਿਸਾਨਾਂ ਦੀ ਮੰਗਾਂ ਨੂੰ ਮੰਨਦੇ ਹੋਏ ਸੰਘਰਸ਼ ਨੂੰ ਖਤਮ ਕਰਾਉਂਦੀ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।